ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਅਗਨੀਪਥ ਸਕੀਮ ਬਾਰੇ, ਅਗਨੀਵੀਰਾਂ ਬਾਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਇੱਕ ਨਵਾਂ ਮਿਲਟਰੀ ਰਿਕਰੂਟਮੈਂਟ ਰਿਫਾਰਮ ਲਿਆਂਦਾ ਗਿਆ, ਜਿਹਦੇ ਵਿੱਚ ਫੌਜੀਆਂ ਨੂੰ ਭਰਤੀ ਕੀਤਾ ਜਾਊਗਾ 4 ਸਾਲਾਂ ਦੇ ਲਈ। ਕੱਚੇ ਫੌਜੀ ਹੋਣਗੇ ਭਾਰਤ ਦੇ ਵਿੱਚ ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ। ਵੈਸੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ 14 ਜੂਨ ਨੂੰ ਜਦੋਂ ਇਹ ਸਕੀਮ ਅਨਾਉਂਸ ਕੀਤੀ ਸੀ, ਉਦੋਂ ਹੀ ਇਹ ਵੀ ਅਨਾਉਂਸ ਕਰ ਦਿੱਤਾ ਸੀ ਕਿ ਇਹ ਸਕੀਮ ਫੌਰੀ ਤੌਰ ਤੇ ਇਮੀਡੀਏਟਲੀ ਲਾਗੂ ਕੀਤੀ ਜਾਂਦੀ ਹੈ। ਸੋ ਇਹ ਸਕੀਮ ਦਾ ਜਿਹੜਾ ਮੋਟਾ ਥੀਮ ਆਪਾਂ ਕਹਿ ਲਈਏ ਇਹ ਹੈ ਕਿ 4 ਸਾਲਾਂ ਦੇ ਲਈ ਕੱਚੇ ਫੌਜੀ ਦੇਸ਼ ਦੀ ਸੁਰੱਖਿਆ ਕਰਨ ਦੇ ਲਈ ਭਰਤੀ ਕੀਤੇ ਜਾਣਗੇ। ਅੱਜ ਇਸ ਵੀਡੀਓ ਦੇ ਵਿੱਚ ਆਪਾਂ ਦੋ ਪੱਖਾਂ ਤੇ ਗੱਲ ਕਰਾਂਗੇ। ਪਹਿਲਾ ਪੱਖ ਹੈ ਖਾਸ ਤੌਰ ਤੇ ਕਿ ਜਿਹੜਾ ਆਪਣਾ ਅਨਇੰਪਲੋਇਡ ਯੂਥ ਹੈ ਉਹ ਇੰਨਾ ਭੜਕ ਕਿਉਂ ਗਿਆ ਇਸ ਅਗਨੀਪਥ ਸਕੀਮ ਤੇ ਆਉਣ ਤੋਂ ਬਾਅਦ। ਇੰਨੀ ਅਗਨੀ ਕਿਉਂ ਲੱਗ ਗਈ? ਅਗਨੀ ਲਗਾਈ ਗਈ, ਅੱਗ ਲਗਾਈ ਗਈ, ਟ੍ਰੇਨਾਂ ਨੂੰ, ਰੇਲਾਂ ਨੂੰ ਐਂਡ ਹੋਰ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੀਤਾ ਗਿਆ, ਪੱਥਰਬਾਜੀ ਪੁਲਿਸ ਤੇ ਕੀਤੀ ਗਈ, ਵਾਇਲੈਂਟ ਪ੍ਰੋਟੈਸਟ ਇਰਪਟ ਹੋਏ ਦੇਸ਼ ਦੇ ਕਈ ਕੋਨਿਆਂ ਦੇ ਵਿੱਚ। ਯੂਥ ਦੀ ਨਾਰਾਜ਼ਗੀ ਕਿਉਂ ਹੈ? ਤੇ ਨਾਲ ਹੀ ਇੱਕ ਖਾਸ ਜਿਹੜਾ ਆਰਮੀ ਪਰਸਪੈਕਟਿਵ ਤੋਂ ਆਪਾਂ ਅਗਨੀਪਥ ਵਾਲੀ ਜਿਹੜੀ ਪੂਰੀ ਯੋਜਨਾ ਇਹਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਬੁਰਾਈ ਕਿੱਥੇ ਹੈ ਜਾਂ ਇਹਦੇ ਵਿੱਚ ਇੱਕ ਪ੍ਰੋਬਲਮ ਕਿੱਥੇ ਆਉਂਦੀ ਹੈ, ਜਿਹਦੇ ਤੋਂ ਆਰਮੀ ਦੇ ਰਿਟਾਇਰ ਹੋਏ ਜਿਹੜੇ ਆਫੀਸਰਸ ਆ, ਆਰਮੀ ਵਾਲੇ ਲੋਕ ਵੀ ਖੁਸ਼ ਨਹੀਂ ਹੈਗੇ ਔਰ ਆਪਣਾ ਯੂਥ ਵੀ ਖੁਸ਼ ਨਹੀਂ ਹੈਗਾ। 14 ਜੂਨ ਨੂੰ ਇਹ ਜਿਹੜੀ ਸਕੀਮ ਹੈ ਲਾਂਚ ਕੀਤੀ ਜਾਂਦੀ ਹੈ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਔਰ ਆਪਣੀਆਂ ਜਿਹੜੀਆਂ 3 ਸੈਨਾਵਾਂ ਆ ਉਹਨਾਂ ਦੇ ਮੁਖੀ ਉੱਥੇ ਬੈਠੇ ਸੀ ਔਰ ਇਸ ਸਕੀਮ ਨੂੰ ਫੌਰੀ ਤੌਰ ਤੇ ਉੱਥੇ ਲਾਗੂ ਕਰ ਦਿੱਤਾ ਗਿਆ। ਇਸ ਸਕੀਮ 'ਚ ਕਿਹਾ ਗਿਆ ਕਿ 4 ਸਾਲਾਂ ਦੇ ਲਈ ਭਾਰਤ ਦੇ ਵਿੱਚੋਂ ਨੌਜਵਾਨਾਂ ਨੂੰ ਰਿਕਰੂਟ ਕੀਤਾ ਜਾਏਗਾ, ਕੱਚੇ ਤੌਰ ਤੇ ਫੌਜ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਜਾਏਗਾ ਔਰ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਏਗਾ। ਉਮਰ ਕਿੰਨੀ ਹੋਏਗੀ? ਸਿਰਫ 17.5 ਸਾਲ ਤੋਂ 21 ਸਾਲ। ਔਰ 21 ਸਾਲ ਵਾਲੀ ਉਮਰ, ਇਹ 14 ਤਰੀਕ ਨੂੰ ਜਦੋਂ ਅਨਾਉਂਸਮੈਂਟ ਹੋਈ ਸੀ ਉਸ ਟਾਈਮ ਅਪਰ ਲਿਮਿਟ 21 ਸਾਲ ਸੀ, ਬਟ 2 ਦਿਨਾਂ ਬਾਅਦ ਹੀ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਅਪਰ ਏਜ ਨੂੰ ਵਧਾ ਕੇ 23 ਸਾਲਾਂ ਦੀ ਉਮਰ ਕਰ ਦਿੱਤਾ ਗਿਆ। ਸੋ 17.5 ਸਾਲਾਂ ਤੋਂ 23 ਸਾਲ ਦੀ ਉਮਰ ਵਾਲੇ ਨੌਜਵਾਨ ਜਿਹੜੇ 10ਵੀਂ ਜਾਂ 12ਵੀਂ ਪਾਸ ਹੋਣੇ ਚਾਹੀਦੇ ਆ, ਮਿਨੀਮਮ ਕੁਆਲੀਫਿਕੇਸ਼ਨ ਹੈ, ਉਹਨਾਂ ਨੂੰ 4 ਸਾਲਾਂ ਲਈ ਭਰਤੀ ਕੀਤਾ ਜਾਊਗਾ ਫੌਜ ਦੇ ਵਿੱਚ। 6 ਮਹੀਨਿਆਂ ਦੀ ਉਹਨਾਂ ਦੀ ਟ੍ਰੇਨਿੰਗ ਹੋਏਗੀ। ਪਹਿਲੇ ਸਾਲ ਉਹਨਾਂ ਦੀ ਤਨਖਾਹ ਜਿਹੜੀ ਆ ਪ੍ਰਤੀ ਮਹੀਨਾ ਸਿਰਫ 30,000 ਰੁਪਇਆ ਹੋਏਗੀ ਔਰ ਚੌਥੇ ਸਾਲ ਉਹਨਾਂ ਦੀ ਤਨਖਾਹ ਪ੍ਰਤੀ ਮਹੀਨਾ 40,000 ਰੁਪਇਆ ਹੋਏਗੀ। ਇਹੀ ਤਨਖਾਹ ਦੇ ਵਿੱਚੋਂ ਕੁਝ ਹਿੱਸਾ ਹੈ ਜਿਹੜਾ ਸਰਕਾਰੀ ਖਾਤੇ ਦੇ ਵਿੱਚ ਕੱਟ ਕੇ ਜਾਏਗਾ ਔਰ ਇਸੇ ਹਿੱਸੇ ਦੇ ਵਿੱਚ ਬਰਾਬਰ ਯੋਗਦਾਨ ਸਰਕਾਰ ਪਾ ਕੇ ਉਹ ਜਿਹੜਾ ਰਿਟਾਇਰਮੈਂਟ ਹੋਣ ਤੇ ਇਹ ਪੂਰਾ ਪੈਸਾ ਆ ਜਿਹੜਾ ਸੈਨਿਕਾਂ ਨੂੰ, ਕੱਚੇ ਸੈਨਿਕਾਂ ਨੂੰ ਦੇ ਦਿੱਤਾ ਜਾਊਗਾ। ਆਰਮੀ ਦੀ ਰਿਕਰੂਟਮੈਂਟ ਦੇ ਵਿੱਚ ਅੱਜ ਤੱਕ ਕਦੀ ਵੀ ਇੱਦਾਂ ਨਹੀਂ ਸੀ ਹੋਇਆ, ਹਮੇਸ਼ਾ ਹੀ ਪਰਮਾਨੈਂਟ ਕਮਿਸ਼ਨ ਹੁੰਦਾ ਸੀ। ਇਹ ਇੱਕ ਨਵੀਂ ਸਕੀਮ ਆ, ਇਸ ਕਰਕੇ ਮੈਨੂੰ ਸ਼ਬਦ ਕੱਚਾ ਲਗਾਉਣਾ ਪੈ ਰਿਹਾ ਹੈ ਕਿਉਂਕਿ ਇਹ ਇੱਕ ਟੈਂਪਰੇਰੀ ਸਕੀਮ ਹੈ ਜਿਹੜੀ ਸਿਰਫ 4 ਸਾਲਾਂ ਦੇ ਲਈ ਹੀ ਫੌਜ ਦੇ ਵਿੱਚ ਭਰਤੀ ਕੀਤੇ ਜਾਣਾ ਉਹਨਾਂ ਨੂੰ। ਇਹਦੇ ਵਿੱਚ ਹੋਰ ਜਿਹੜੀਆਂ ਸੁਵਿਧਾਵਾਂ ਜਿਹੜੇ 4 ਸਾਲਾਂ ਵਾਲੇ ਫੌਜੀ ਜਵਾਨ ਹੋਣਗੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਹੋਏਗੀ ਕਿ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋਏਗੀ ਤਾਂ ਰਿਟਾਇਰਮੈਂਟ ਦੇ ਸਮੇਂ ਤੇ ਉਹਨਾਂ ਨੂੰ ਲਗਭਗ 12 ਲੱਖ ਰੁਪਇਆ ਪੈਕੇਜ ਮਿਲੇਗਾ ਔਰ ਇਸ ਤੋਂ ਇਲਾਵਾ ਇਨ ਕੇਸ ਕੋਈ ਡਿਸਐਬਿਲਿਟੀ ਹੁੰਦੀ ਹੈ ਜਾਂ ਕਿਸੇ ਦੀ ਡੈਥ ਹੁੰਦੀ ਹੈ ਡਿਊਰਿੰਗ ਦ ਟੂਰ ਆਫ ਡਿਊਟੀ, ਜਦੋਂ ਉਹ ਅਗਨੀਵੀਰ ਬਣੇ ਹੋਏ ਸੀ, ਅਗਰ ਬਾਈ ਚਾਂਸ ਉਸ ਟਾਈਮ ਉਹਨਾਂ ਨੂੰ ਅਗਨੀ ਕਿਸੇ ਤਰ੍ਹਾਂ ਦਾ ਵੀ ਕੋਈ ਡੈਮੇਜ ਹੁੰਦਾ ਆ ਤਾਂ ਉਸ ਟਾਈਮ ਇਹਨਾਂ ਨੂੰ ਜੋ ਬਣਦੀ ਗ੍ਰਾਂਟ ਆ 1 ਟਾਈਮ ਤੇ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਔਰ ਉਹਨਾਂ ਨੂੰ ਦਿੱਤੀ ਜਾਏਗੀ, ਵਿਚ ਮੇ ਗੋ ਅਪ ਟੂ 44 ਲੱਖ ਔਰ ਮਿਨੀਮਮ ਮੇ ਬੀ ਫਿਊ ਲੈਕਸ। ਇਹਨਾਂ ਅਗਨੀਵੀਰਾਂ ਨੂੰ ਕੋਈ ਵੀ ਪੈਨਸ਼ਨ ਜਿਹੜੀ ਆ ਜਿਵੇਂ ਬਾਕੀ ਆਰਮੀ ਮੈਨ ਨੂੰ ਮਿਲਦੀ ਆ ਉਹ ਪੈਨਸ਼ਨ ਇਹਨਾਂ ਨੂੰ ਨਹੀਂ ਮਿਲੇਗੀ ਜਾਂ ਨਾ ਕੋਈ ਹੋਰ ਬੈਨੀਫਿਟ ਮਿਲੇਗਾ। ਬਸ ਬੈਨੀਫਿਟ ਇੰਨਾ ਕੁ ਮਿਲੇਗਾ ਕਿ ਇਹ ਜਦੋਂ 4 ਸਾਲਾਂ ਬਾਅਦ ਹੀ ਰਿਟਾਇਰ ਹੋ ਜਾਣਗੇ, ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਕਦੀ ਫੌਜ ਦੇ ਵਿੱਚ ਭਰਤੀ ਨਿਕਲਦੀ ਆ ਤਾਂ ਉਹਦੇ ਵਿੱਚ ਮੇ ਵੀ ਖਾਸ ਜਗ੍ਹਾ ਦਿੱਤੀ ਜਾਵੇ ਜਾਂ ਇਹ ਲੋਕ CRPF ਜਾਂ ਜਿਹੜੀਆਂ ਹੋਰ ਆਪਣੀਆਂ ਸੈਨਾ ਦੀਆਂ ਭਰਤੀਆਂ ਜਾਂ ਜਿਹੜੀਆਂ ਪੁਲਿਸ ਬਲਾਂ ਦੀਆਂ ਭਰਤੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਨੂੰ ਪ੍ਰੈਫਰੈਂਸ ਮਿਲੇਗੀ। ਔਰ ਉਸ ਤੋਂ ਬਾਅਦ ਜਦੋਂ ਇਹਨਾਂ ਦੀ 4 ਸਾਲ ਦਾ ਰਿਟਾਇਰਮੈਂਟ ਦਾ ਸਮਾਂ ਹੋ ਜਾਏਗਾ ਉਸ ਟਾਈਮ ਇਹਨਾਂ 'ਚੋਂ ਸਿਰਫ 25% ਆ ਜਿਨ੍ਹਾਂ ਨੂੰ ਪਰਮਾਨੈਂਟ ਤੌਰ ਤੇ ਕਮਿਸ਼ਨ ਕੀਤਾ ਜਾਊਗਾ। ਬਾਕੀ 75% ਰਿਟਾਇਰ ਹੋ ਜਾਣਗੇ। ਉਹ ਅੱਗੇ ਜਾ ਕੇ ਕੀ ਕਰਨਗੇ ਉਹਦੀ ਕੋਈ ਕਲੈਰਿਟੀ ਨਹੀਂ ਹੈ। ਸਾਫ਼ ਤੌਰ ਤੇ ਭਾਰਤ ਸਰਕਾਰ ਦਾ ਇੱਕ ਨਵਾਂ ਪਲਾਨ ਹੈ ਜਿਹੜਾ ਆਰਮੀ ਦੇ ਵਿੱਚ ਪਹਿਲੀ ਵਾਰੀ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿਵੇਂ ਹੁੰਦਾ ਸੀਗਾ ਕਿ 17 ਤੋਂ 20 ਸਾਲ ਦੀ ਉਮਰ ਇੱਕ ਫੌਜੀ ਜਵਾਨ ਨੂੰ ਮਿਲਦੀ ਸੀ ਕੰਮ ਕਰਨ ਦੀ। ਉਹਦੇ ਵਿੱਚ ਉਹ ਪ੍ਰੀ ਮੈਚੁਰ ਰਿਟਾਇਰਮੈਂਟ ਵੀ ਕੁਝ ਸਮੇਂ ਬਾਅਦ ਲੈ ਸਕਦੇ ਸੀਗੇ, ਜਿਵੇਂ 17 ਸਾਲਾਂ ਤੋਂ ਬਾਅਦ, ਔਰ ਮੈਕਸਿਮਮ ਜਿਹੜੇ ਸੀ ਉਹ ਰਿਟਾਇਰਮੈਂਟ ਲੈ ਕੇ ਉਹਨਾਂ ਨੂੰ ਪੈਨਸ਼ਨ, ਹੈਲਥ ਬੈਨੀਫਿਟਸ ਐਂਡ ਤੁਹਾਨੂੰ ਪਤਾ ਸਪੈਸ਼ਲ ਕੈਂਟੀਨਸ ਐਂਡ ਹਰ ਤਰ੍ਹਾਂ ਦੀ ਸਰਵਿਸ ਜਿਹੜੀ ਸੀ ਰਿਟਾਇਰਮੈਂਟ ਤੋਂ ਬਾਅਦ ਵੀ ਆਪਣੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ
ਜਾਂਦੀ ਸੀ ਕਿਉਂਕਿ ਜਿਹੜਾ ਫੌਜੀ ਨਾਮ ਹੈ ਇੱਕ ਬਹੁਤ ਰੈਪੂਟੇਟਡ ਜੌਬ ਹੈ, ਇੱਕ ਬਹੁਤ ਵੱਡਾ ਗਰਵ ਵਾਲਾ ਨਾਮ ਹੈ, ਸੂਰਵੀਰ ਕਿਹਾ ਜਾਂਦਾ ਸੀ। ਪਰ ਹੁਣ ਜਿਹੜੀ ਇਸ ਸਕੀਮ ਹੈ ਇਹਦੇ ਵਿੱਚ ਭਾਰਤ ਸਰਕਾਰ ਨੇ ਸੂਰਵੀਰ ਹਟਾ ਕੇ ਅਗਨੀਵੀਰ ਕਰ ਦਿੱਤਾ, ਜਿਹੜੇ ਸਿਰਫ ਔਰ ਸਿਰਫ 4 ਸਾਲਾਂ ਦੇ ਲਈ ਅਗਨੀਵੀਰ ਬਣਨਗੇ। ਪਹਿਲਾਂ 17 ਤੋਂ 20 ਸਾਲ ਦੀ ਇਹ ਜਿਹੜਾ ਆਰਮੀ ਦਾ ਜਿਹੜਾ ਕੰਮ ਕਰਨ ਦਾ ਹੁੰਦਾ ਸੀ, ਪਰ ਇਹ 4 ਸਾਲਾਂ ਤੇ ਇੱਕ ਤਰ੍ਹਾਂ ਦੀ ਰਿਟਾਇਰਮੈਂਟ ਦੇ ਦੇਣੀ ਬੜਾ ਕਨਫਿਊਜ਼ਿੰਗ ਫੈਕਟਰ ਲੱਗਦਾ ਕਿ ਐਦਾਂ ਕਿਉਂ। ਅਗਰ ਆਪਾਂ ਗੱਲ ਕਰੀਏ ਕਿ ਐਦਾਂ ਕਿਉਂ, ਤਾਂ ਇਹਦੇ ਪਿੱਛੇ ਜੋ ਸਰਕਾਰੀ ਤਰਕ ਦਿੱਤੇ ਜਾ ਰਹੇ ਆ ਉਹ 2 ਤਰਕ ਮੇਨ ਆ ਜਿਹੜੇ ਆਪਣੇ ਇੱਥੇ ਗੱਲ ਕਰਨੇ ਬਣਦੇ ਨੇ। ਪਹਿਲਾ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਦੇਸ਼ ਦੀ ਸੁਰੱਖਿਆ ਦੇ ਲਈ ਸਾਨੂੰ ਜਵਾਨ ਚਾਹੀਦੇ, ਉਹਨੂੰ ਮਜ਼ਬੂਤ ਕਰਨ ਦੇ ਲਈ ਅਗਨੀਵੀਰਾਂ ਨੂੰ 4 ਸਾਲਾਂ ਦੇ ਲਈ ਸਿਰਫ ਰੱਖਿਆ ਜਾਏਗਾ। ਉਹਦੇ ਵਿੱਚੋਂ 25% ਨੂੰ ਰੱਖ ਲਿਆ ਜਾਏਗਾ, 75 ਨੂੰ ਰਿਟਾਇਰ ਕਰਕੇ 12 ਲੱਖ ਰੁਪਏ ਦੇ ਕਰੀਬ ਦੇ ਕੇ ਘਰਾਂ ਨੂੰ ਭੇਜ ਦਿੱਤਾ ਜਾਏਗਾ। ਉੱਥੇ ਜਾ ਕੇ ਉਹ ਕੀ ਕਰਦੇ ਆ ਉਹਦੀ ਕੋਈ ਵੀ ਸਰਟੇਨਿਟੀ ਨਹੀਂ ਹੈ। ਦੂਸਰਾ ਜੋ ਤਰਕ ਦਿੱਤਾ ਜਾ ਰਿਹਾ ਡਿਫੈਂਸ ਮਿਨਿਸਟਰੀ ਵੱਲੋਂ, ਸਰਕਾਰ ਵੱਲੋਂ, ਉਹ ਬਹੁਤ ਇੱਕ ਆਪਣੇ ਲਈ ਸਮਝਣਾ ਵੀ ਜ਼ਰੂਰੀ ਬਣਦਾ ਔਰ ਉਹ ਇੱਕ ਪ੍ਰੋਬਲਮ ਵੀ ਹੈ, ਪਰ ਉਸ ਪ੍ਰੋਬਲਮ ਦਾ ਜਿਹੜਾ ਹੱਲ ਆ ਉਹ ਗਲਤ ਲੱਭ ਰਹੀ ਹੈ ਸਰਕਾਰ। ਪ੍ਰੋਬਲਮ ਇਹ ਦੱਸੀ ਜਾਂਦੀ ਹੈ ਕਿ ਜਿਹੜਾ ਆਪਣਾ ਡਿਫੈਂਸ ਦਾ ਪੂਰਾ ਬਜਟ ਹੈ ਉਹ ਲਗਭਗ 5.5 ਲੱਖ ਕਰੋੜ ਰੁਪਈਆ ਹੈ, ਤਾਂ ਉਹਦੇ ਵਿੱਚੋਂ ਲਗਭਗ 47-48% ਜਾਂ 50% ਦੇ ਨੇੜੇ ਦਾ ਬਜਟ ਸਿਰਫ ਔਰ ਸਿਰਫ ਸੈਲਰੀ ਔਰ ਪੈਨਸ਼ਨ ਦੇਣ ਦੇ ਵਿੱਚ ਨਿਕਲ ਜਾਂਦਾ ਹੈ। ਇਹ ਕਿਹਾ ਜਾ ਰਿਹਾ ਡਿਫੈਂਸ ਮਿਨਿਸਟਰੀ ਵੱਲੋਂ ਕਿ ਜਿਹੜਾ ਇੰਨਾ ਬੋਝ ਆ ਸੈਲਰੀਆਂ ਦਾ ਔਰ ਪੈਨਸ਼ਨ ਦਾ, ਉਹਨੂੰ ਘਟਾਉਣ ਦੇ ਲਈ ਜਿਹੜਾ ਬਰਡਨ, ਜਿਹੜਾ ਵਿੱਤੀ ਬਰਡਨ ਆ ਸੈਲਰੀਆਂ ਔਰ ਪੈਨਸ਼ਨ ਦੇਣ ਦਾ, ਉਹਨੂੰ ਘਟਾਉਣ ਦੇ ਲਈ ਇਹ ਨਵੇਂ ਤਰ੍ਹਾਂ ਦਾ ਆਰਮੀ ਰਿਕਰੂਟਮੈਂਟ ਰਿਫਾਰਮ ਜਿਹੜਾ ਆ ਉਹ ਇੰਡੀਅਨ ਆਰਮੀ ਦੀ ਰਿਕਰੂਟਮੈਂਟ ਦੇ ਵਿੱਚ ਲਿਆਂਦਾ ਜਾ ਰਿਹਾ ਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਇਹ ਸਾਰੇ ਅਗਨੀਪਥ ਪ੍ਰੋਗਰਾਮ ਤੋਂ ਆਪਣੀ ਯੂਥ ਨੂੰ ਔਰ ਆਪਣੀ ਆਰਮੀ ਨੂੰ ਕਿਹੜੀਆਂ ਚੀਜ਼ਾਂ ਦੀ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਉਹਨਾਂ ਦੀ ਨਾਰਾਜ਼ਗੀ ਆ ਇਸ ਅਗਨੀਪਥ ਪ੍ਰੋਗਰਾਮ ਦੇ ਨਾਲ। ਆਲ ਓਵਰ ਇੰਡੀਆ ਦੇਸ਼ ਦੇ ਕਈ ਰਾਜਾਂ ਦੇ ਵਿੱਚ ਵਾਇਲੈਂਟ ਪ੍ਰੋਟੈਸਟ ਇਰਪਟ ਹੋਏ। ਆਪਣਾ ਯੂਥ ਸੜਕਾਂ ਤੇ ਉਤਰਿਆ, ਇੱਟਾਂ ਰੋੜੇ ਚਲਾਏ, ਗੱਡੀਆਂ ਨੂੰ ਅੱਗਾਂ ਲਗਾ ਦਿੱਤੀਆਂ, ਟ੍ਰੇਨਾਂ ਨੂੰ, ਹੋਰ ਵੀ ਬਹੁਤ ਤਰ੍ਹਾਂ ਦਾ ਹੜਕੰਮ ਮਚਾਇਆ। ਇਹਦਾ ਕਾਰਨ ਇਹ ਹੈ, ਇਹਦੇ ਪਿਛਲੀ ਫਰਸਟ੍ਰੇਸ਼ਨ ਜਿਹੜੀ ਯੂਥ ਦੀ ਉਹ ਇਹ ਹੈ ਕਿਉਂਕਿ ਆਪਣਾ ਯੂਥ ਸਭ ਤੋਂ ਪਹਿਲੀ ਗੱਲ ਤਾਂ ਅਨਇੰਪਲੋਇਮੈਂਟ ਕ੍ਰਾਈਸਿਸ ਨੂੰ ਹੁਣ ਦੱਸਣ ਲੱਗ ਗਿਆ ਕਿ ਯੈਸ, ਬੇਰੁਜ਼ਗਾਰੀ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਹੈ ਔਰ ਉਹਨਾਂ ਦੀ ਇੱਕ ਤਰ੍ਹਾਂ ਦੇ ਨਾਲ ਪੂਰਾ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਆ ਉਹ ਉਹਨਾਂ ਨੂੰ, ਜਾਂ ਉਹਨਾਂ ਦੇ ਜਿਹੜਾ ਕਰੀਅਰ ਆ ਉਹ ਉਹਨਾਂ ਨੂੰ ਧੁੰਦਲਾ ਦਿਖ ਰਿਹਾ ਹੈ। ਬਿਲਕੁਲ ਵੀ ਕੋਈ ਕਲੈਰਿਟੀ ਉਹਨਾਂ ਦੀ ਲਾਈਫ 'ਚ ਨਹੀਂ ਹੈ ਕਿ ਉਹ ਕੀ ਕਰਨਗੇ, ਕੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰੀ ਨੌਕਰੀ ਜਾਂ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਕੋਈ ਐਦਾਂ ਦਾ ਰਿਕਰੂਟਮੈਂਟ ਪਲਾਨ ਮਿਲੇਗਾ ਜਿਹਦੇ ਨਾਲ ਉਹਨਾਂ ਦੀ ਅਨਇੰਪਲੋਇਮੈਂਟ ਦੀ ਪ੍ਰੋਬਲਮ ਸੋਲਵ ਹੋਏਗੀ। ਇਸੇ ਅਨਇੰਪਲੋਇਮੈਂਟ ਦੀ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਇੰਡੀਆ ਦਾ ਯੂਥ ਆਰਮੀ ਦੇ ਲਈ ਬਹੁਤ ਵੱਡਾ ਇੱਕ ਚਾਹਵਾਨ ਹੁੰਦਾ ਆਰਮੀ ਜੁਆਇਨ ਕਰਨ ਦੇ ਲਈ। ਉਹਦੇ ਕਾਰਨ ਕੀ ਆਪਾਂ ਨੂੰ ਵੀ ਪਤਾ, ਇੱਕ ਤਾਂ ਪਰਮਾਨੈਂਟ ਜੌਬ ਹੈ, ਜੌਬ ਸਿਕਿਉਰਿਟੀ ਹੈ, ਨਾਲ ਹੀ ਸੋਸ਼ਲ ਸਿਕਿਉਰਿਟੀ ਵੀ ਹੈ, ਨਾਲ ਬੈਨੀਫਿਟਸ ਵੀ ਮਿਲਦੇ ਆ, ਨਾਲ ਇੱਕ ਕੰਮ ਦੇਸ਼ ਭਗਤੀ ਦਾ ਵੀ ਉਹਨਾਂ ਦਾ ਟਾਰਗੇਟ ਹੋ ਸਕਦਾ ਹੈ ਕਿ ਦੇਸ਼ ਦੀ ਸੇਵਾ ਕਰਨੀ ਹੈ। ਸੋ ਆਰਮੀ ਦੇ ਵਿੱਚ ਜੋ ਬੈਨੀਫਿਟਸ ਆ ਉਹ ਵੀ ਇੱਕ ਯੂਥ ਨੂੰ ਖਿੱਚਦੇ ਆਪਣੇ ਵੱਲ ਨੂੰ। ਔਰ ਖਾਸ ਤੌਰ ਤੇ ਬਿਹਾਰ ਔਰ ਯੂਪੀ ਦੇ ਵਿੱਚ ਇੱਕ ਬਹੁਤ ਵੱਡਾ ਟ੍ਰੈਂਡ ਹੈ ਜਿਹਦੇ ਵਿੱਚ ਯੂਥ ਜਿਹੜਾ ਉਹ ਆਰਮੀ ਦੇ ਵਿੱਚ ਜਾਣਾ ਚਾਹੁੰਦਾ। ਪਰ ਕਰੋਨਾ ਕਾਲ ਕਰਕੇ ਪਿਛਲੇ 2 ਸਾਲਾਂ ਤੋਂ ਲਗਭਗ, ਜਾਂ ਆਪਾਂ 3 ਸਾਲ ਕਹਿ ਲਈਏ, ਜਿਹੜੀ ਆਰਮੀ ਦੀ ਰਿਕਰੂਟਮੈਂਟ ਆ ਉਹ ਰੁਕੀ ਹੋਈ ਸੀ। ਸੋ ਇੱਕ ਆਰਮੀ ਦੇ ਵਿੱਚ ਜਾਣ ਦੇ ਲਈ ਉਮਰ ਦੀ ਜਿਹੜੀ ਅੱਪਰ ਲਿਮਿਟ ਆ ਉਹ ਬਹੁਤ ਘੱਟ ਹੁੰਦੀ ਆ ਔਰ ਉਮਰ ਜਿਹੜੀ ਉਹ ਕਈ ਬੱਚਿਆਂ ਦੀ ਲੰਘ ਜਾਂਦੀ ਆ, ਲੰਘ ਗਈ ਆ, ਜਿਹੜੇ 2-3 ਸਾਲਾਂ ਤੋਂ ਵੇਟ ਕਰ ਰਹੇ ਸੀ ਰਿਕਰੂਟਮੈਂਟ ਦੀ। ਬਿਹਾਰ ਦਾ ਬਰਨਿੰਗ ਟ੍ਰੇਨ, ਜਦੋਂ ਬਿਹਾਰ ਦੇ ਵਿੱਚ ਇੱਕ ਵਾਰੀ ਪਹਿਲਾਂ ਵੀ ਇਹੋ ਜਿਹਾ ਹੜਕੰਮ ਮਚਿਆ ਸੀਗਾ ਜਿੱਥੇ ਟ੍ਰੇਨ ਨੂੰ ਅੱਗ ਲਾ ਦਿੱਤੀ ਗਈ ਸੀ, ਉਹ ਵੀ ਇਹੀ ਕੇਸ ਸੀ ਅਨਇੰਪਲੋਇਡ ਯੂਥ ਦਾ, ਕਿਉਂਕਿ ਸਰਕਾਰ ਵੱਲੋਂ ਟੈਸਟ ਲੈ ਲਿਆ ਗਿਆ ਸੀ, ਸਾਰਾ ਕੁਝ ਕਰ ਲਿਆ ਗਿਆ ਸੀ, ਪਰ ਰਿਜ਼ਲਟ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਯੂਥ ਆ ਉਹ ਸੈਟੀਸਫਾਈਡ ਨਹੀਂ ਸੀਗਾ। ਇੱਕ ਤਰ੍ਹਾਂ ਦੀ ਸਰਕਾਰ ਵੱਲੋਂ ਗੇਮ ਸਟੇਟ ਵੱਲੋਂ ਖੇਡੀ ਗਈ ਸੀ, ਉਹਦੀ ਵੀਡੀਓ ਅਵੇਲੇਬਲ ਆ, ਤੁਸੀਂ ਦੇਖ ਸਕਦੇ ਹੋ। ਉਹੀ ਜੋਸ਼ ਦੇ ਨਾਲ, ਉਸੇ ਹੀ ਐਗਰੈਸ਼ਨ ਦੇ ਨਾਲ ਯੂਥ ਸੜਕਾਂ ਤੇ ਉਤਰਿਆ ਕਿਉਂਕਿ ਉਹਨਾਂ ਨੂੰ ਆਪਣਾ ਭਵਿੱਖ ਧੁੰਦਲਾ ਲੱਗ ਰਿਹਾ ਸੀ। ਯੂਥ ਕਈ ਸਾਲਾਂ ਤੋਂ ਆਪਣੀ ਫਿਜ਼ੀਕਲ ਟ੍ਰੇਨਿੰਗ ਦੀ ਪ੍ਰੈਕਟਿਸ ਔਰ ਆਪਣੇ ਪੇਪਰਾਂ ਦੀ ਪ੍ਰੈਕਟਿਸ ਕਰ ਰਿਹਾ ਸੀ, ਉਹਨੂੰ ਐਵੇਂ ਲੱਗ ਰਿਹਾ ਕਿ ਉਹਨਾਂ ਦੇ ਕੋਲੋਂ ਉਹਨਾਂ ਮੌਕੇ ਖੋਏ ਜਾ ਰਹੇ ਨੇ, ਜੌਬ ਓਪਰਚੁਨਿਟੀਜ਼ ਖੋਈਆਂ ਜਾ ਰਹੀਆਂ ਨੇ। ਰਾਦਰ ਠੇਕੇ ਤੇ ਹੀ ਹੁਣ ਆਪਣੀ ਡਿਫੈਂਸ ਦੇ ਵਿੱਚ ਲੋਕਾਂ ਨੂੰ ਕੱਚੇ ਤੌਰ ਤੇ ਹੀ ਭਰਤੀ ਕਰਕੇ ਇਸ ਯੂਥ ਦੇ ਪਰਮਾਨੈਂਟ ਜੌਬ ਲੈਣ ਦੇ ਚਾਂਸਸ ਜਿਹੜੇ ਆ ਉਹ ਖੋਏ ਜਾ ਰਹੇ ਆ। ਇਹ ਇੱਕ ਵੱਡਾ ਕਾਰਨ ਆ ਜਿਹਦੇ ਕਰਕੇ ਯੂਥ ਪ੍ਰੋਟੈਸਟ ਕਰ ਰਿਹਾ। ਔਰ ਯੂਥ ਦਾ ਪ੍ਰੋਟੈਸਟ ਜਿਹੜਾ ਆ ਇਨੀਸ਼ੀਅਲ ਤੌਰ ਤੇ ਤਾਂ ਵਾਇਲੈਂਟ ਲੱਗਦਾ ਔਰ ਇਹ ਵਾਇਲੈਂਟ ਹਰਗਿਜ਼ ਵੀ ਨਹੀਂ ਹੋਣਾ ਚਾਹੀਦਾ। ਇੱਥੇ ਕਿਸਾਨ ਅੰਦੋਲਨ ਤੋਂ ਸੇਧ ਲੈਣੀ ਚਾਹੀਦੀ ਆ ਇੰਡੀਆ ਦੇ ਯੂਥ ਨੂੰ, ਔਰ ਇੰਡੀਆ ਦੇ ਯੂਥ ਦਾ ਐਗਰੈਸ਼ਨ ਦਿਖਾਉਂਦਾ ਹੈ ਵੀ ਅਨਇੰਪਲੋਇਮੈਂਟ ਕ੍ਰਾਈਸਿਸ ਜਿਹੜਾ ਇੰਡੀਆ ਦੇ ਵਿੱਚ
ਬਹੁਤ ਡੀਪ ਆ। ਸਭ ਤੋਂ ਪਹਿਲੀ ਗੱਲ ਜੋ ਆਰਮੀ ਵਾਲੇ ਲੋਕਾਂ ਨੂੰ ਮਾੜੀ ਲੱਗ ਰਹੀ ਹੈ ਇਸ ਪੂਰੀ ਅਗਨੀਪਥ ਜਿਹੜੀ ਪ੍ਰੋਸੈਸ ਆ, ਉਹ ਇਹ ਹੈ ਕਿ ਜਿਵੇਂ ਸਰਕਾਰ ਵੱਲੋਂ ਕਿਹਾ ਗਿਆ ਕਿ ਸਿਰਫ 6 ਮਹੀਨਿਆਂ ਦੇ ਵਿੱਚ ਹੀ ਇਹਨਾਂ ਅਗਨੀਵੀਰਾਂ ਨੂੰ ਟ੍ਰੇਨ ਕਰ ਦਿੱਤਾ ਜਾਏਗਾ, ਤਾਂ ਇਹ ਜਿਹੜੇ ਆਰਮਡ ਫੋਰਸਿਸ ਦੇ ਲੋਕ ਆ ਉਹਨਾਂ ਲਈ ਇਹ ਚੀਜ਼ ਸਹਿਮਤ ਨਹੀਂ ਹੈਗੇ ਉਹ ਇਸ ਚੀਜ਼ ਦੇ ਨਾਲ, ਕਿਉਂਕਿ ਉਹ ਇੱਕ ਆਮ ਫੌਜੀ ਨੂੰ 4-5 ਸਾਲ ਦਾ ਸਮਾਂ ਲੱਗਦਾ ਹੈ ਪੂਰੇ ਵਧੀਆ ਢੰਗ ਦੇ ਨਾਲ ਟ੍ਰੇਨ ਹੋਣ ਦੇ ਲਈ। ਸੋ ਇਵੇਂ ਆਰਮੀ ਵੱਲੋਂ ਇੱਥੇ ਸ਼ੰਕਾ ਜਤਾਇਆ ਜਾ ਰਿਹਾ ਕਿ 6 ਮਹੀਨਿਆਂ ਦੇ ਵਿੱਚ ਜਿਹੜੇ ਜਵਾਨਾਂ ਨੂੰ ਸਰਕਾਰ ਤਿਆਰ ਕਰ ਦੇਗੀ ਉਹ ਟ੍ਰੇਨਿੰਗ ਕਿੱਦਾਂ ਦੀ ਹੋਏਗੀ, ਔਰ ਉਹਨਾਂ ਜਵਾਨਾਂ ਦੀ, ਅਗਨੀਵੀਰਾਂ ਦੀ 6 ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਕੈਪੇਬਿਲਿਟੀਜ਼ ਕਿੰਨੀਆਂ ਹੋਣਗੀਆਂ ਕਿ ਉਹ ਕਾਲ ਆਫ ਡਿਊਟੀ ਲੈ ਸਕਣ ਜਾਂ ਫਰੰਟ ਲਾਈਨ ਤੇ ਜਾ ਕੇ ਲੜਾਈ ਲੜ ਸਕਣ ਜਾਂ ਦੇਸ਼ ਦੀ ਸੁਰੱਖਿਆ ਕਰ ਸਕਣ। ਸੋ ਇਦਾਂ ਦੇ ਡਾਊਟ ਜਿਹੜੇ ਆ ਉਹ ਖੜੇ ਕੀਤੇ ਜਾ ਰਹੇ। ਤੀਸਰਾ ਕ੍ਰਿਟਿਸਿਜ਼ਮ ਜੋ ਅਗਨੀਪਥ ਸਕੀਮ ਨੂੰ ਮਿਲ ਰਿਹਾ ਉਹ ਇਹ ਹੈ ਕਿ ਇੰਡੀਆ ਇੱਕ ਇਨਸੈਂਸਿਟਿਵ ਜ਼ੋਨ ਦੇ ਵਿੱਚ ਆ। ਇਨਸੈਂਸਿਟਿਵ ਜ਼ੋਨ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਇੰਡੀਆ ਦੋ ਪਾਸਿਆਂ ਤੋਂ ਇੱਦਾਂ ਦੇ ਬਾਰਡਰਸ ਆ ਜਿੱਥੇ ਆਪਾਂ ਕਨਫਲਿਕਟ ਰਹਿੰਦਾ ਹੀ ਰਹਿੰਦਾ, ਜਾਂ ਆਪਾਂ ਕਹਿ ਲਈਏ ਕਨਫਲਿਕਟਡ ਬਾਰਡਰਸ ਆਪਣੇ, ਇੱਕ ਪਾਸੇ ਪਾਕਿਸਤਾਨ ਔਰ ਦੂਸਰੇ ਪਾਸੇ ਚਾਈਨਾ ਵੱਲ ਦੇ ਤਾਂ ਇਹ ਵੀ ਦਾਅਵਾ ਕੀਤਾ ਗਿਆ ਇੰਡੀਆ ਦੇ ਕਈ ਪੱਤਰਕਾਰਾਂ ਵੱਲੋਂ ਕਿ ਚਾਈਨਾ ਨੇ ਕੁਝ ਇੰਡੀਆ ਦੇ ਹਿੱਸੇ ਦੇ ਉੱਤੇ ਆਪਣੀਆਂ ਕਲੋਨੀਜ਼ ਵੀ ਬਣਾ ਲਈਆਂ ਜਿਹੜੇ ਪਾਸੇ ਸਰਕਾਰ ਧਿਆਨ ਨਹੀਂ ਦੇ ਰਹੀ। ਸੋ ਜਦੋਂ ਇੰਡੀਆ ਦਾ ਬਾਰਡਰ ਇੰਨਾ ਕਨਫਲਿਕਟਡ ਹੋਵੇ ਉਸ ਏਰੀਆ ਦੇ ਵਿੱਚ ਉਸ ਕੰਟਰੀ ਵੱਲੋਂ ਇੱਦਾਂ ਦੇ ਜਵਾਨਾਂ ਨੂੰ ਭਰਤੀ ਕਰਨਾ ਜਿਨ੍ਹਾਂ ਨੂੰ ਸਿਰਫ 6 ਮਹੀਨੇ ਟ੍ਰੇਨਿੰਗ ਦਿੱਤੀ ਜਾਣੀ ਹੈ ਔਰ ਜਿਹੜੇ ਸਿਰਫ 4 ਸਾਲਾਂ ਦੇ ਲਈ ਉਹਨਾਂ ਨੂੰ ਆਰਮੀ ਦੇ ਵਿੱਚ ਭੇਜਿਆ ਜਾਏਗਾ, ਉਹਨਾਂ ਤੋਂ ਜਿਹੜਾ ਸੁਪਰੀਮ ਸੈਕਰੀਫਾਈਸ ਦੀ ਜ਼ਰੂਰਤ ਜਦੋਂ ਪਈ, ਅਗਰ ਇਨ ਕੇਸ ਜਦੋਂ ਆਪਣੇ ਦੇਸ਼ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਜ਼ਰੂਰਤ ਪਈ, ਤਾਂ ਉਸ ਟਾਈਮ ਜਿਹੜੇ ਆਰਮੀ ਦੇ ਰਿਟਾਇਰਡ ਲੋਕ ਆ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਜਵਾਨਾਂ ਦੀ ਜਿਹੜੀ ਮੋਟੀਵੇਸ਼ਨ ਆ ਉਹ ਸੇਮ ਨਹੀਂ ਹੋਏਗੀ ਔਰ ਇਹਦੇ ਨਾਲ ਜਿਹੜੇ ਪਰਮਾਨੈਂਟ ਕਮਿਸ਼ਨ ਦੇ ਜਵਾਨ ਆ ਉਹਨਾਂ ਦੇ ਉੱਤੇ ਵੀ ਅਸਰ ਪਏਗਾ। ਚੌਥਾ ਪੁਆਇੰਟ, 4 ਸਾਲ ਦਾ ਸਮਾਂ ਆਰਮੀ ਟ੍ਰੇਨਿੰਗ ਦੇ ਵਿੱਚ ਔਰ ਇੱਕ ਫੌਜੀ ਦੇ ਲਈ ਬਹੁਤ ਘੱਟ ਸਮਾਂ, ਔਰ ਇੰਨੀ ਯੰਗ ਏਜ ਦੇ ਉੱਤੇ ਰਿਟਾਇਰ ਕਰ ਦੇਣਾ ਜਦੋਂ ਉਹ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਹਜੇ 4 ਸਾਲ 'ਚੋਂ ਪ੍ਰੋਪਰ ਸਿੱਖੇਗਾ ਹੀ ਸਭ ਕੁਝ, ਇੰਨੀ ਦੇਰ ਨੂੰ ਸਰਕਾਰ ਉਹਨੂੰ ਰਿਟਾਇਰ ਕਰ ਦੇਗੀ। ਸੋ 4 ਸਾਲ ਦਾ ਸਮਾਂ ਇਜ਼ ਵੇ ਟੂ ਲੈਸ। ਇਸ ਤੋਂ ਇਲਾਵਾ ਇੱਕ ਅਗਰ ਆਪਾਂ ਦੇਖੀਏ ਤਾਂ ਆਪਣੀ ਆਰਮੀ ਦੇ ਵਿੱਚ ਅਗਨੀਪਥ ਸਕੀਮ ਆਉਣ ਤੋਂ ਬਾਅਦ ਦੋ ਤਰ੍ਹਾਂ ਦੇ ਫੌਜੀਆਂ ਦੇ ਵਿੱਚ ਜਿਹੜਾ ਇੱਕ ਕਮਿਸ਼ਨ ਹੋ ਜਾਏਗਾ। ਇੱਕ ਹੈਗਾ ਪਰਮਾਨੈਂਟ ਫੌਜੀ ਜਿਹੜੇ ਪਰਮਾਨੈਂਟ ਕਮਿਸ਼ਨ, ਔਰ ਇੱਕ ਇਹ ਹੋ ਜਾਏਗਾ ਜਿਹੜਾ ਕੱਚੇ ਕਮਿਸ਼ਨ ਹੈ। ਔਰ ਅਗਰ ਆਪਾਂ ਦੇਖੀਏ ਆਪਣੇ ਦੇਸ਼ ਦੇ ਹਾਲਾਤ, ਅਗਰ ਆਪਾਂ ਪੰਜਾਬ ਦੇ ਹਾਲਾਤ ਦੇਖੀਏ ਤਾਂ ਇੱਥੇ ਕੱਚੇ ਸ਼ਬਦ ਬਹੁਤ ਸੁਣਨ ਨੂੰ ਮਿਲਦਾ। ਆਪਣੇ ਕੋਲ ਕੱਚੇ ਅਧਿਆਪਕ ਨੇ, ਆਪਣੇ ਕੋਲ ਕੱਚੇ ਬੱਸ ਕੰਡਕਟਰ ਨੇ, ਆਪਣੇ ਕੋਲ ਕੱਚੇ ਮੁਲਾਜ਼ਮ ਹਰ ਖੇਤਰ ਦੇ ਵਿੱਚ ਆ, ਔਰ ਕੱਚੇ ਮੁਲਾਜ਼ਮਾਂ ਦੇ ਨਾਲ ਜੋ ਵਿਤਕਰਾ ਹੁੰਦਾ ਆਪਾਂ ਉਹਨਾਂ ਨੂੰ ਜਾਣਦੇ ਆ। ਸੋ ਆਰਮੀ ਦੇ ਵਿੱਚ ਵੀ ਕੱਚਿਆਂ ਔਰ ਪੱਕਿਆਂ ਦਾ ਇੱਕ ਵਿਤਕਰਾ ਜਿਹੜਾ ਆ ਉਹ ਸਟਾਰਟ ਹੋ ਸਕਦਾ, ਜਿਹੜਾ ਕਿ ਆਰਮੀ ਦੇ ਇਟਸੈਲਫ, ਆਰਮੀ ਹੋਣ ਵਾਲੇ ਪ੍ਰਾਈਡ ਦੇ ਉੱਤੇ। ਆਪਾਂ ਜਾਣਦੇ ਹਾਂ ਫੌਜੀ ਹੋਣਾ ਹੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਪ੍ਰਾਈਡ ਦੀ ਗੱਲ ਹੁੰਦਾ। ਪਿੰਡ ਦੇ ਵਿੱਚ ਵੀ, ਕਮਿਊਨਿਟੀ ਦੇ ਵਿੱਚ ਵੀ ਇੱਕ ਅਲੱਗ ਹੀ ਗੌਰਵ ਦੇ ਨਾਲ, ਸਨਮਾਨ ਦੇ ਨਾਲ ਦੇਖਿਆ ਜਾਂਦਾ। ਈਵਨ ਉਸ ਘਰ ਨੂੰ ਹੀ, ਉਸ ਮੁਹੱਲੇ ਨੂੰ ਹੀ ਫੌਜੀ ਦਾ ਮੁਹੱਲਾ, ਫੌਜੀ ਦੇ ਘਰ ਤੋਂ ਜਾਣਨ ਲੱਗ ਜਾਂਦੀ ਆ ਦੁਨੀਆ, ਕਿਉਂਕਿ ਇੰਨਾ ਵੱਡਾ ਪ੍ਰਾਈਡ ਐਸੋਸੀਏਟਡ ਆ ਯੂਨੀਫਾਰਮ ਦੇ ਨਾਲ, ਫੌਜੀ ਹੋਣ ਦੇ ਨਾਲ। ਸੋ ਇਹ ਜਿਹੜਾ ਆ ਵਿਤਕਰਾ ਇਹ ਖੜਾ ਹੋ ਜਾਏਗਾ, ਔਰ ਜਿਹੜੀ ਉਹ ਛਵੀ ਫੌਜੀ ਹੋਣ ਦੀ ਆ, ਆਰਮੀ ਮੈਨ ਹੋਣ ਦੀ ਛਵੀ ਆ, ਉਹਦੇ ਤੇ ਵੀ ਫਰਕ ਪਏਗਾ। ਆਖਰੀ ਤੇ ਅਹਿਮ ਕ੍ਰਿਟਿਸਿਜ਼ਮ ਜੋ ਅਗਨੀਪਥ ਸਕੀਮ ਨੂੰ ਦੇ ਸਕਦੇ ਹਾਂ ਆਪਾਂ ਔਰ ਦਿੱਤਾ ਜਾ ਰਿਹਾ, ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਸਾਬਕਾ ਸੀਐਮ ਆ, ਉਹਨਾਂ ਨੇ ਬਹੁਤ ਸੋਲਿਡ ਸਟੈਂਡ ਇਸ ਚੀਜ਼ ਤੇ ਲਿਆ। ਉਹਨਾਂ ਨੇ ਵੀ ਕਿਹਾ ਹੈ ਕਿ ਆਰਮੀ ਦੇ ਵਿਚਲੀ ਵਿਭਿੰਨਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਸੈਂਟਰ ਸਰਕਾਰ ਦੀ ਅਗਨੀਪਥ ਵਾਲੀ ਸਕੀਮ ਲਿਆ ਕੇ। ਵਿਭਿੰਨਤਾ ਆਰਮੀ ਦੇ ਵਿੱਚ ਕੀ ਆ? ਆਰਮੀ 'ਚ ਆਪਾਂ ਜਾਣਦੇ ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਰੈਜੀਮੈਂਟਸ ਨੇ, ਜਿਵੇਂ ਕਿ ਸਿੱਖ ਰੈਜੀਮੈਂਟ, ਜਿਵੇਂ ਮਰਾਠਾ ਰੈਜੀਮੈਂਟ, ਰਾਜਪੂਤ, ਗੋਰਖਸ, ਨੇਪਾਲੀ, ਇੱਦਾਂ ਦੀਆਂ ਬਹੁਤ ਰੈਜੀਮੈਂਟਸ ਆ। ਔਰ ਇਹਨਾਂ ਰੈਜੀਮੈਂਟਸ ਦੇ ਵਿੱਚ ਇੱਕ ਪਰਟੀਕੂਲਰ ਕਲਾਸ ਦੇ ਲੋਕ, ਇੱਕ ਪਰਟੀਕੂਲਰ ਏਰੀਆ ਨੂੰ, ਇੱਕ ਪਰਟੀਕੂਲਰ ਜੀਨ ਪੂਲ ਨੂੰ ਬਿਲੋਂਗ ਕਰਦੇ ਲੋਕ ਹੀ ਇਹਦਾ ਹਿੱਸਾ ਬਣਦੇ ਨੇ। ਉਹਦਾ ਇੱਕ ਅਲੱਗ ਤੋਂ ਪ੍ਰੋਸੀਜਰ ਹੁੰਦਾ ਹੈ। ਸੋ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਕੀਮ ਆਉਣ ਦੇ ਨਾਲ ਆਰਮੀ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਰੈਜੀਮੈਂਟਸ ਆ, ਇਹਨਾਂ ਦੇ ਵਿੱਚ ਅਸਰ ਪਏਗਾ। ਇਹਨਾਂ ਦੇ ਵਿੱਚ ਉਹ ਲੋਕ ਜਾਣਗੇ ਜਿਹੜੇ ਉਸ ਪਰਟੀਕੂਲਰ ਰੀਜਨ ਕਲਾਸ ਨੂੰ ਬਿਲੋਂਗ ਨਹੀਂ ਕਰਦੇ, ਤਾਂ ਜਿਹਦੇ ਨਾਲ ਇਹ ਜਿਹੜੀਆਂ ਰੈਜੀਮੈਂਟਸ ਆ ਇੰਨੀਆਂ ਅਸਰਦਾਰ ਨਹੀਂ ਰਹਿਣਗੀਆਂ। ਇਹਨਾਂ ਨੂੰ ਕਿਤੇ ਨਾ ਕਿਤੇ ਡਾਇਲਿਊਟ ਕਰਨ ਦੀ ਕੋਸ਼ਿਸ਼ ਹੈ। ਡਾਇਲਿਊਟ ਕਿਹਨੂੰ ਕਰਨ ਦੀ ਕੋਸ਼ਿਸ਼ ਹੈ? ਕਿਉਂਕਿ ਹਰ ਇੱਕ ਰੈਜੀਮੈਂਟ ਦੇ ਵਿੱਚ, ਇੱਕ ਜਿਵੇਂ ਸਿੱਖ ਰੈਜੀਮੈਂਟ ਆ ਤਾਂ ਉਹਦੇ ਆਪਣੇ ਕੁਝ ਰਿਚੁਅਲ ਰਿਵਾਜ ਆ ਜਿਹੜੇ ਉਹ ਫੋਲੋ ਕਰਦੇ ਆ। ਆਰਮੀ ਦੇ ਵਿੱਚ ਵੀ ਉਹਨਾਂ ਦੀ ਰੈਜੀਮੈਂਟ, ਉਹਨਾਂ ਦਾ ਬੁਲੇ ਸੋਨਿਆਲ ਦਾ ਨਾਰਾ ਆ, ਉਹਨਾਂ ਦਾ ਜਿਹੜਾ ਕਬਹੂ ਨਾ ਟਰੋ ਵਰਗਾ ਉਹਨਾਂ ਦਾ ਸਲੋਗਨ ਆ, ਮੋਟੋ ਆ, ਜਿਹਨੂੰ ਗਾ ਕੇ ਉਹ ਚੱਲਦੇ ਨੇ। ਉਹੀ ਚੀਜ਼ਾਂ ਦੇ ਵਿੱਚ ਉਹ ਲੋਕਾਂ ਨੂੰ ਪਾ ਦੇਣਾ ਜਿਹੜੇ ਉਹ ਸਿੱਖੀ ਨੂੰ ਬਿਲੋਂਗ ਵੀ ਨਹੀਂ ਕਰਦੇ, ਦੇ ਨੌਨ ਸਿੱਖਸ ਨੂੰ ਪਾ ਦੇਣਾ, ਤਾਂ ਉਹਦੇ ਨਾਲ ਉਹਦੇ ਜਿਹੜੇ ਐਥੋਸ ਆ ਆਰਮੀ ਦੀ ਉਸ ਰੈਜੀਮੈਂਟ ਦੇ ਐਥੋਸ ਹੋਣਗੇ ਉਹ ਡਾਇਲਿਊਟ ਹੋ ਜਾਣਗੇ। ਸੋ ਇੱਕ ਤਰ੍ਹਾਂ ਨਾਲ ਇਹ ਵੀ ਇਲਜ਼ਾਮ ਸਰਕਾਰ ਤੇ ਆਉਂਦਾ ਕਿ ਇਹ
ਆਰਮੀ ਦੇ ਅੰਦਰਲੀ ਡਾਇਵਰਸੀਫਿਕੇਸ਼ਨ ਨੂੰ ਖਤਮ ਕਰਨ ਦੀਆਂ ਇਹ ਕੋਸ਼ਿਸ਼ਾਂ ਆਪਾਂ ਦੇਖਿਆ ਵੀ ਹੈ ਸੈਂਟਰ ਸਰਕਾਰ ਵੱਲੋਂ ਵਨ ਨੇਸ਼ਨ ਦੀ ਜਿਹੜੀ ਪਾਲਿਸੀ ਹੈ, ਵਨ ਲੈਂਗੁਏਜ ਦੀ ਪਾਲਿਸੀ ਹੈ, ਯੂਨੀਫਾਰਮ ਸਿਵਲ ਕੋਡ ਦੀ ਜਿਹੜੀਆਂ ਪਾਲਿਸੀਜ਼ ਇੱਦਾਂ ਦੀਆਂ ਚੱਲਦੀਆਂ ਰਹਿੰਦੀਆਂ ਨੇ। ਸੋ ਇਹ ਵੀ ਸ਼ੰਕਾ ਜਿਹੜਾ ਜ਼ਾਹਿਰ ਕੀਤਾ ਜਾ ਰਿਹਾ। ਕੀ ਭਾਰਤ ਦੇਸ਼ ਪਹਿਲਾ ਦੇਸ਼ ਆ ਜਿਹਦੇ ਵਿੱਚ ਇਹੋ ਜਿਹੀ ਸਕੀਮ, ਜਿਹਦੇ ਵਿੱਚ ਕੱਚੇ ਤੌਰ 'ਤੇ ਜਾਂ ਬਹੁਤ ਛੋਟੀ ਟਰਮ ਦੇ ਲਈ ਫੌਜੀਆਂ ਨੂੰ ਭਰਤੀ ਕੀਤਾ ਜਾਏਗਾ? ਤਾਂ ਇਹਦਾ ਜਵਾਬ ਇਹ ਹੈ ਕਿ ਨਹੀਂ, ਭਾਰਤ ਪਹਿਲਾ ਦੇਸ਼ ਨਹੀਂ ਆ। ਇਹ ਜਿਹੜੀਆਂ ਸਕੀਮਾਂ ਆ ਇਹ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਪਹਿਲਾਂ ਚੱਲੀਆਂ, ਜਿਵੇਂ ਕਿ ਅਮਰੀਕਾ ਦੇ ਵਿੱਚ, ਜਿਵੇਂ ਕਿ ਵੈਸਟ ਦੀਆਂ ਹੋਰ ਕੰਟਰੀਜ਼ ਦੇ ਵਿੱਚ, ਈਵਨ ਚਾਈਨਾ ਦੇ ਵਿੱਚ ਵੀ, ਜਿੱਥੇ ਫੌਜੀਆਂ ਨੂੰ, ਆਰਮੀ ਮੈਨ ਨੂੰ ਸ਼ਾਰਟ ਡਿਊਰੇਸ਼ਨ ਦੇ ਲਈ ਇੱਕ ਬਹੁਤ ਨਾਈਵ ਲੈਵਲ ਦੇ ਉੱਤੇ ਜਾ ਕੇ ਭਰਤੀ ਕੀਤਾ ਜਾਂਦਾ ਹੈ। ਪਰ ਇੱਥੇ ਡਿਫਰੈਂਸ ਇਹ ਹੈ ਕਿ ਜਿਹੜਾ ਇੰਡੀਆ ਦੇ ਜਿਹੜੇ ਬਾਰਡਰਸ ਆ ਉਹ ਕਨਫਲਿਕਟਡ ਬਾਰਡਰਸ ਹੈ, ਔਰ ਦੂਸਰੇ ਪਾਸੇ ਅਗਰ ਆਪਾਂ ਅਮਰੀਕਾ ਦੀ ਗੱਲ ਕਰੀਏ ਜਾਂ ਵੈਸਟ ਦੀਆਂ ਕੰਟਰੀਜ਼ ਦੀ ਗੱਲ ਕਰੀਏ ਤਾਂ ਦੇ ਆਰ ਵੈਰੀ ਸੌਰਟਡ, ਦੇ ਆਰ ਵੈਰੀ ਸੈਟਲਡ। ਉਹਨਾਂ ਦੇ ਬਾਰਡਰਸ ਦੇ ਉੱਤੇ ਕੋਈ ਕਨਫਲਿਕਟ ਨਹੀਂ ਆ, ਉਹਨਾਂ ਦੇ ਬਾਰਡਰਸ ਦੇ ਅੰਦਰ ਆ ਕੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਲਾਈਕ ਚਾਈਨਾ। ਸੋ ਇਹੀ ਕਾਰਨ ਆ ਅਮਰੀਕਾ ਔਰ ਜਿਹੜੀਆਂ ਹੋਰ ਵੈਸਟਰਨ ਕੰਟਰੀਜ਼ ਆ ਉਹਨਾਂ ਦੇ ਵਿੱਚ ਇਹ ਸਕੀਮ ਜਿਹੜੀ ਆ ਇਹ ਚੱਲਦੀ ਆ। ਪਰ ਇੱਥੇ ਕਈ ਐਕਸਪਰਟਸ ਦਾ ਕਹਿਣਾ ਹੈ ਕਿ ਜਿਹੜਾ ਅਮਰੀਕਾ ਆ ਉਹਨੇ ਵੀਅਤਨਾਮ ਵਾਰ ਹਾਰੀ, ਇਜ਼ਰਾਈਲ ਦੀ ਵਾਰ ਹਾਰੀ, ਬਹੁਤ ਬੁਰੀ ਤਰ੍ਹਾਂ ਮਿਜ਼ਰੇਬਲੀ ਹਾਰੇ। ਉਹਦਾ ਕਾਰਨ ਹੀ ਇਹ ਸੀ ਕਿਉਂਕਿ ਉਹਨਾਂ ਨੇ ਇੱਦਾਂ ਦੇ ਫੌਜੀ ਵੀਰ ਭਰਤੀ ਕਰ ਲਏ ਸੀ, ਇੱਦਾਂ ਦੇ ਸੋਲਜਰਸ ਭਰਤੀ ਕਰ ਲਏ ਸੀ ਜਿਹੜੇ ਇੱਦਾਂ ਦੀ ਸਕੀਮ, ਅਗਨੀਪਥ ਵਰਗੀ ਸਕੀਮ ਦੇ ਉੱਤੇ ਉਹਨਾਂ ਦਾ ਫੁੱਟਪ੍ਰਿੰਟ ਜਾਂਦਾ ਸੀ। ਉਹਨਾਂ ਦੇ ਵਿੱਚ ਇੰਨਾ ਉਤਸ਼ਾਹ ਨਹੀਂ ਸੀ ਔਰ ਇੰਨੀ ਐਕਸਪਰਟੀਜ਼ ਨਹੀਂ ਸੀ, ਜਿਹਦੇ ਕਰਕੇ ਅਮਰੀਕਾ ਨੂੰ ਵੀ ਹਾਰ ਖਾਣੀ ਪਈ ਇਜ਼ਰਾਈਲ ਵਗੈਰਾ ਤੋਂ। ਇਜ਼ਰਾਈਲ ਅੱਜ ਵੀ ਕਨਫਲਿਕਟ ਦੇ ਵਿੱਚ ਚੱਲ ਰਿਹਾ। ਸੋ ਇਹ ਸੀ ਸੈਂਟਰ ਸਰਕਾਰ ਵੱਲੋਂ ਬਣਾਈ ਗਈ ਸਕੀਮ ਅਗਨੀਪਥ, ਜਿਹੜੀ ਅਨਡਾਊਟਡਲੀ ਅ ਮੈਸਿਵ ਮਿਲੀਟਰੀ ਰਿਕਰੂਟਮੈਂਟ ਰਿਫਾਰਮ ਹੈਗਾ। ਇੱਦਾਂ ਦਾ ਫੌਜੀ ਜਵਾਨ ਭਰਤੀ ਕਰਨ ਦਾ ਤਰੀਕਾ ਪਹਿਲਾਂ ਭਾਰਤ ਕੋਲ ਨਹੀਂ ਸੀ, ਜਿਹਦੇ ਨਾਲ ਹੁਣ 4 ਸਾਲਾਂ ਲਈ ਜਵਾਨਾਂ ਨੂੰ ਰੱਖਿਆ ਜਾਏਗਾ, 75% ਨੂੰ ਵਿਹਲੇ ਕਰਕੇ ਰਿਟਾਇਰ ਕਰਕੇ ਘਰ ਬਿਠਾ ਦਿੱਤਾ ਜਾਏਗਾ ਔਰ ਉਹਨਾਂ ਨੂੰ ਰਿਟਾਇਰਮੈਂਟ ਦਾ ਬਹਾਨਾ ਇਹ ਦਿੱਤਾ ਜਾਏਗਾ ਕਿ ਦੇਖੋ ਅਸੀਂ ਤੁਹਾਨੂੰ ਹਥਿਆਰ ਚਲਾਉਣੇ ਸਿਖਾਏ, ਅਸੀਂ ਤੁਹਾਨੂੰ ਡਿਸਿਪਲਿਨ ਬਣਾ ਦਿੱਤਾ, ਹੁਣ ਜਾ ਕੇ ਤੁਸੀਂ ਦੁਨੀਆ ਨੂੰ ਦੱਸ ਸਕਦੇ ਹੋ ਕਿ ਮੈਂ ਆਰਮੀ 'ਚ 4 ਸਾਲ ਸਰਵ ਕਰਕੇ ਆਇਆ ਤੇ ਕੋਈ ਹੋਰ ਨੌਕਰੀ ਲੱਭ ਸਕਦੇ ਹੋ। ਇਹ ਇੱਕ ਸਕੀਮ ਵਧੀਆ ਆ ਘਟੀਆ ਹੈ ਤਾਂ ਇਹਦੀ ਇੰਪਲੀਮੈਂਟੇਸ਼ਨ ਕਿਵੇਂ ਹੁੰਦੀ ਆ, ਕਿਵੇਂ ਇਹਦੇ ਵਿੱਚ ਮੌਕੇ ਤੇ ਸੁਧਾਰ ਕੀਤੇ ਜਾਣਗੇ, ਉਹ ਅੱਗੇ ਜਾ ਕੇ ਪਤਾ ਲੱਗੇਗਾ। ਪਰ ਹਜੇ ਤੱਕ ਜੋ ਇਨੀਸ਼ੀਅਲ ਤੌਰ 'ਤੇ ਆਪਾਂ ਇਹਨੂੰ ਦੇਖ ਕੇ ਕਹਿ ਸਕਦੇ ਹੋਏ ਹੈ ਕਿ ਇਹ ਸਕੀਮ ਨੂੰ ਕੋਈ ਬਹੁਤ ਦੂਰਦਰਸ਼ੀ ਨਿਗਾਹ ਦੇ ਨਾਲ ਸੋਚ ਕੇ ਨਹੀਂ ਬਣਾਇਆ ਗਿਆ। ਥੈਂਕ ਯੂ ਸੋ ਮਚ ਫॉर ਵਾਚਿੰਗ।